किसान वीरों ते भैनों जय हिंद लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जानदे ही हो कि असी वख-वख दिनां च वख-वख विषयां ते वख-वख माहरां नाल गलबात करदे ही रहिंदे हां। अज भी इसे संबंध च साडे कोल आए हुए ने इंजीनियर जगदीश सिंह जी। जय हिंद जी जगदीश जी। जय हिंद जी। जय रविंदर जी जय हिंद। मिठा सिंह जी जय हिंद। जय की हाल चाल आ? ठीक है जी, तुसीं सुनाओ? बहुत वधिया मिठा सिंह जी, बहुत वधिया अच्छा। वधिया ही चाहिए। बड़े बिजी रहने अजकल तुसीं। हाँ मिठा सिंह जी, हुण तुहानूं पता घरेलू रजेवें बहुत ने, कबीलदारियां ने। ਉਹ ਤੁਸੀਂ ਸੁਣਿਆ ਪੁਰਾਣੀ ਗੱਲ ਵੀ ਗੁੱਡੀਆਂ ਪਟੋਲੇ ਖੇਡਦੀ ਤੇ ਘੇਰ ਲਈ ਕਬੀਲਦਾਰੀਆਂ ਘੇਰਾ ਪੈ ਗਿਆ। ਇਹ ਤੇ ਹੁੰਦਾ ਹੀ ਆ ਜੀ। ਦੇਖੋ ਨਾਲੇ ਆਪਣਾ ਜਗਦੀਸ਼ ਜੀ ਇਹ ਕੰਮ ਜ਼ਰੂਰੀ ਵੀ ਆ। ਬਿਲਕੁਲ ਹੈ ਨਾ, ਕਿਉਂਕਿ ਕੰਮ ਨਾਲ ਹੀ ਬੰਦਾ ਸ਼ੋਭਦਾ। ਬਿਲਕੁਲ ਜੀ ਮਿੱਠਾ ਜੀ, ਜੇ ਬੰਦੇ ਦੀ ਸ਼ੋਭਾ ਕਰਨੀ ਆ ਨਾ ਤੇ ਬੰਦੇ ਦੇ ਕੰਮ ਵੇਖੋ। ਬਿਲਕੁਲ ਜੀ ਬਿਲਕੁਲ ਇਹੋ ਹੀ ਕਹਿੰਦੇ ਆ ਨਾ। ਬਿਲਕੁਲ ਜੀ। ਤੇ ਇਸ ਕਰਕੇ ਕੰਮਾਂ ਕਾਰਾਂ ਵਾਲੇ ਬੰਦੇ ਜਿਹੜੇ ਆ ਉਹ ਕੰਮਕਾਰ ਕਰਦੇ ਚੰਗੇ ਲੱਗਦੇ ਆ, ਅੱਛੇ ਲੱਗਦੇ ਆ। ਸਾਡੀ ਇੱਕ ਕਰਮ ਭੂਮੀ ਹੁੰਦੀ, ਇੱਕ ਜਨਮ ਭੂਮੀ ਹੁੰਦੀ ਹੈ। ਬਿਲਕੁਲ ਜੀ, ਸਾਨੂੰ ਦੋਵਾਂ ਥਾਵਾਂ ਤੇ ਕਰਮ ਕਰਨੇ ਚਾਹੀਦੇ ਆ। ਮਿੱਠਾ ਸਿੰਘ ਜੀ ਇਹ ਗੱਲ ਬਿਲਕੁਲ ਤੁਸੀਂ ਸਹੀ ਕੀਤੀ ਹੈ। ਕਹਿੰਦੇ ਨਾ ਵੀ ਜਿਹੜੀ ਸਾਡੀ એનર્ਜੀ ਆ ਉਹ એનર્ਜੀ ਨੂੰ ਅਸੀਂ ਚੈਨਲਾਈਜ਼ ਕਰ ਦਈਏ। ਹਾਂ ਠੀਕ ਨਾ ਜੀ, ਬਈ ਜਿਹੜੀ ਅਸੀਂ ਚੰਗੇ ਕੰਮਾਂ ਦੇ ਵਿੱਚ ਜਿਹੜੇ ਆਪਣੀ ਮਨ ਨੂੰ ਲਾਈਏ ਤੇ ਉਹਦਾ ਸਮਾਜ ਨੂੰ ਵੀ ਫਾਇਦਾ ਹੋਵੇ, ਆਪਣੇ ਆਪ ਨੂੰ ਵੀ ਫਾਇਦਾ ਹੋਵੇ ਤੇ ਜਿਹੜਾ ਅਸੀਂ ਕੁਦਰਤ ਆ ਉਹਦੇ ਨਾਲ ਵੀ ਸਾਂਝ ਪਾਈਏ। ਆ ਕੁਦਰਤ ਦੀ ਗੱਲ ਕੀਤੀ ਆ ਤੁਸੀਂ। ਮੈਂ ਨਾ ਕੱਲ ਸੋਚਦਾ ਪਿਆ ਸਾਂ ਆਪਣਾ ਇੰਜੀਨੀਅਰ ਸਾਹਿਬ ਜੀ ਕਿ ਅਸੀਂ ਕਿਸੇ ਜੀ ਦੇ ਦਿਹਾੜੇ ਮਨਾਉਂਦੇ ਆ। ਬਿਲਕੁਲ ਹੈ ਨਾ, ਹਫਤੇ ਮਨਾਉਂਦੇ ਆ, ਬਿਲਕੁਲ ਪੰਦਰਵਾੜੇ ਮਨਾਉਂਦੇ ਆ, ਮਹੀਨੇ ਵੀ ਮਨਾਉਂਦੇ ਆ। ਬਿਲਕੁਲ ਪਰ ਆਪ ਤੇ ਪੂਰਾ ਅਸੀਂ ਇੱਕ ਵਰਾ ਮਨਾ ਰਹੇ ਆ ਜੀ। ਬਿਲਕੁਲ ਉਹ ਵੀ ਕੌਮਾਂਤਰੀ ਪੱਧਰ ਤੇ ਦੁਨੀਆ ਭਰ ਦੇ ਵਿੱਚ ਮਿਲਟਸ ਦਾ, ਬਿਲਕੁਲ ਮੋਟੇ ਅਨਾਜ ਦਾ, ਮੂਲ ਅਨਾਜ ਜਿਹੜਾ ਸਾਡਾ। ਬਿਲਕੁਲ ਜੀ ਬਿਲਕੁਲ। ਸਮੇਂ ਦੀ ਲੋੜ ਆ ਜੀ, ਆਪਣੀ ਸਿਹਤ ਤੋਂ ਉੱਪਰ ਕੁਝ ਨਹੀਂ ਹੈਗਾ, ਕੁਝ ਨਹੀਂ ਹੈਗਾ। ਔਰ ਇਹਨਾਂ ਚੀਜ਼ਾਂ ਦਾ ਇਹ ਦਿਹਾੜੇ ਸਾਲ ਮਨਾਉਣ ਦਾ ਫਾਇਦਾ ਬੜਾ ਹੁੰਦਾ। ਹਰ ਗੱਲ ਜਿਹੜੀ ਆ ਨਾ ਇਹ ਮੁਆਸ਼ਰੇ ਤੱਕ ਪਹੁੰਚਦੀ ਆ। ਬਿਲਕੁਲ ਜੀ, ਲੋਕਾਂ ਤੱਕ ਪੜਦੀ ਆ। ਹੁਣ ਤਾਂ ਸਾਡੇ ਜਿਹੜੇ ਡਾਕਟਰਸ ਆ ਨਾ ਉਹ ਵੀ ਕਹਿੰਦੇ ਆ ਕਿ ਤੁਸੀਂ ਦਵਾਈਆਂ ਨਾ ਆਓ, ਤੁਸੀਂ ਆਪਣਾ ਖਾਣ ਪੀਣ ਠੀਕ ਕਰੋ, ਉਹਦੇ ਨਾਲ ਹੀ ਤੁਹਾਡੀ ਸਿਹਤ ਠੀਕ ਹੋਵੇ। ਜੀਵਨ ਸ਼ੈਲੀ ਜਿਹੜੀ ਆ ਸਹੀ ਕਰੋ। ਜੀਵਨ ਜਾਂਚ ਜਿਹੜੀ ਆ ਉਹਨੂੰ ਅਸਲੀ ਜਾਮਾ ਪਨਾਓ। ਔਰ ਦੂਜੀ ਗੱਲ, ਇਹ ਚੀਜ਼ਾਂ ਅਸੀਂ ਜਦੋਂ ਗਾਵਾਂਗੇ ਨਾ ਸਾਡਾ ਬਚਾਅ ਕਿੰਨਾ ਆ ਪਾਣੀ ਦਾ। ਬਿਲਕੁਲ ਜੀ, ਹੈ ਬਿਲਕੁਲ ਲੱਗਦਾ ਹੀ ਨਹੀਂ ਪਾਣੀ। ਹਾਂਜੀ ਬਿਲਕੁਲ। ਸਮੇਂ ਨੇ ਜਿੱਦਾਂ ਕਰਵਟ ਬਦਲੀ ਆ ਜੀ, ਨਵੀਆਂ ਫਸਲਾਂ ਆਈਆਂ, ਵੈਰਾਈਟੀਆਂ ਆਈਆਂ, ਉਸ ਫਸਲੀ ਚੱਕਰ ਦੇ ਵਿੱਚ ਅਸੀਂ ਆਪਣੇ ਮੂਲ ਅਨਾਜ ਛੱਡ ਗਏ। ਮੋਟੇ ਅਨਾਜ ਜਿੱਦਾਂ ਕੋਂਦਰਾ ਹੋ ਗਿਆ, ਕੰਗਣੀ ਹੋ ਗਈ, ਬਾਜਰਾ ਹੋ ਗਿਆ, ਇਹ ਛੱਡ ਗਏ। ਪਰ ਹੁਣ ਜਦੋਂ ਅਸੀਂ ਡਾਕਟਰਾਂ ਕੋਲ ਜਾਣ ਲੱਗੇ ਆ, ਸ਼ੂਗਰਾਂ ਵੱਧ ਗਈਆਂ, ਪੇਟ ਦੀਆਂ ਪ੍ਰੋਬਲਮ ਆ ਗਈਆਂ, ਡਾਕਟਰਾਂ ਨੇ ਵੀ ਸਾਨੂੰ ਦੱਸਿਆ ਕਿ ਹੁਣ ਤੁਸੀਂ ਕਣਕ ਛੱਡੋ, ਇਹ ਅਨਾਜ ਵੱਲ ਹੌਲੀ ਹੌਲੀ ਆਓ, ਹੁਣ ਰਾਗੀ ਖਾਓ। ਬਿਲਕੁਲ ਜੀ ਬਿਲਕੁਲ। ਉਹ ਵੈਸੇ ਵੀ ਪਿੱਛੇ ਜੇ ਨਾ ਅਸੀਂ ਇੱਕ ਗੱਲਬਾਤ ਕੀਤੀ ਸੀ ਲੁਪਿੰਦਰ ਜੀ, ਉਹਨਾਂ ਨੇ ਦੱਸਿਆ, ਕਹਿੰਦੇ ਜਿੰਨਾ ਪਾਣੀ ਇੱਕ ਵਰੇ 'ਚ ਇਹਨਾਂ ਫਸਲਾਂ ਨੂੰ ਲੱਗਦਾ ਨਾ ਜੀ ਹੈ ਨਾ, ਤੇ ਉਹ ਅਸੀਂ 22 ਵਰੇ ਕੰਮ ਲੈ ਸਕਦੇ ਹਾਂ ਉਹਨੇ ਪਾਣੀ ਤੋਂ ਇਹਨਾਂ ਫਸਲਾਂ ਦਾ। ਬਿਲਕੁਲ ਜੀ। ਤੁਸੀਂ ਦੇਖੋ ਵੀ ਕਿੱਥੇ ਇੱਕ ਸਾਲ 'ਚ 22 ਵਰਿਆਂ ਦਾ ਪਾਣੀ ਅਸੀਂ ਖਰਚ ਕਰ ਦੇਣਾ, ਤੇ ਕਿੱਥੇ ਜੇ ਇਹ ਬੀਜੀਏ ਤੇ ਸਾਨੂੰ ਪਾਣੀ ਇੰਨਾ ਸਾਡਾ ਬਚਦਾ ਆ ਵੀ ਅਸੀਂ ਕਿੱਲਤ ਆਉਣੀ ਨਹੀਂ, ਸਾਨੂੰ ਕੁਦਰਤ ਨੇ ਕਿੱਲਤ ਆਉਣੀ ਨਹੀਂ ਦੇਣੀ। ਬਿਲਕੁਲ ਜੀ ਬਿਲਕੁਲ ਜੀ। ਸਾਡੇ ਕਿਸਾਨ ਵੀ ਹੁਣ ਇਹਨਾਂ ਫਸਲਾਂ ਲਾ ਰਹੇ ਆ, ਕੋਦਰਾ ਲਗਾਉਣਾ ਸ਼ੁਰੂ ਕਰਤਾ ਜੀ, ਕੰਗਣੀ ਲਗਾਉਣੀ ਸ਼ੁਰੂ ਕਰਤੀ। ਹੋਰ ਤਾਂ ਹੋਰ ਮਿੱਠਾ ਸਿੰਘ ਜੀ, ਸਾਡੇ ਸ਼ਹਿਰਾਂ 'ਚ ਬੇਕਰੀ ਵਾਲਿਆਂ ਨੇ ਮੋਟੇ ਅਨਾਜਾਂ ਦੇ ਬਿਸਕੁਟ ਬਣਾ ਕੇ ਅਲੱਗ-ਅਲੱਗ ਪ੍ਰਕਾਰ ਦੇਣੇ ਸ਼ੁਰੂ ਕਰਤੇ ਸਨ। ਆਟਾ ਆ ਗਿਆ ਜੀ, ਬਿਲਕੁਲ ਆਟਾ ਆ ਗਿਆ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਮਿਕਸ ਆ। ਵੀ ਤੁਸੀਂ ਉਹ ਖਾ ਸਕਦੇ ਆ। ਨਹੀਂ ਜੇ ਤੁਸੀਂ ਸਾਰੀਆਂ ਖਾਣੀਆਂ ਤੇ ਕੱਲੀ ਲਿਆ ਕੇ ਆਪਣੇ ਘਰ ਆਟੇ ਦੇ ਵਿੱਚ ਮਿਕਸ ਕਰ ਲਓ ਥੋੜੀ ਥੋੜੀ। ਬਿਲਕੁਲ ਜੀ। ਦੇਖੋ ਗੱਲ ਇਹ ਹੁੰਦੀ ਹੈ ਲਵਿੰਦਰ ਜੀ, ਕਿਸੇ ਵੀ ਚੀਜ਼ ਦੀ ਆਦਤ ਬਦਲਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਪਰ ਅਸੰਭਵ ਨਹੀਂ ਹੁੰਦਾ। ਨਹੀਂ ਜੀ, ਸੰਭਵ ਹੈ, ਸਾਰਾ ਕੁਝ ਸੰਭਵ ਹੈ ਨਾ। ਅਸੀਂ ਜੇ ਆਦਤ ਪਾਣੀ ਆ ਉਹਨਾਂ ਚੀਜ਼ਾਂ ਦੀ, ਕਿਉਂਕਿ ਸਾਡੇ ਬੱਚੇ ਤੇ ਬਿਲਕੁਲ, ਅਸੀਂ ਤੇ ਚਲੋ ਖਾਦਾ, ਸਾਡੇ ਬੱਚਿਆਂ ਨੇ ਇਹ ਚੀਜ਼ਾਂ ਖਾਧੀਆਂ ਹੀ ਨਹੀਂ। ਬਿਲਕੁਲ ਜੀ, ਅਸੀਂ ਦਿੱਤੀਆਂ ਹੀ ਨਹੀਂ ਉਹਨਾਂ ਨੂੰ। ਇਸ ਕਰਕੇ ਥੋੜੇ ਚੀਜ਼ਾਂ ਪੁਰਾਣੀਆਂ ਸ਼ੁਰੂ ਕਰੋ, ਜਦੋਂ ਮੂੰਹ ਦਾ ਸਵਾਦ ਬਦਲੂਗਾ ਉਦੋਂ ਖਾਣੀਆਂ ਸ਼ੁਰੂ ਕਰ ਦਿਓ। ਬਿਲਕੁਲ। ਤੇ ਲੁਪਿੰਦਰ ਜੀ, ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਆ ਬਈ ਇੰਜੀਨੀਅਰ ਜਗਦੀਸ਼ ਸਿੰਘ ਜੀ ਸਾਡੇ ਕੋਲ ਆਏ ਹੋਏ ਨੇ, ਇਹ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆ ਨਾ ਜਿਹੜਾ ਪੰਜਾਬ ਦਾ ਜੀ ਪੰਜਾਬ ਦਾ, ਜੀ ਉਹਦੇ 'ਚ ਬਤੌਰ ਜੀ ਜੁਆਇੰਟ ਡਾਇਰੈਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਬਹੁਤ ਵਧੀਆ ਗੱਲ ਹੈ ਜੀ, ਬਹੁਤ ਚੰਡੀਗੜ੍ਹ 'ਚ, ਹਾਂਜੀ ਜੀ ਸਮੂਚੇ ਪੰਜਾਬ। ਜੀ ਬਿਲਕੁਲ ਤੇ ਜੇ ਸਾਡੇ ਕੋਲ ਆਏ ਆ ਸੁੱਖ ਨਾਲ, ਜੀ। ਇਹਨਾਂ ਦਾ ਲਾਹਾ ਲੈਣਾ ਬਣਦਾ। ਬਿਲਕੁਲ ਜੀ, ਜਾਣਕਾਰੀ ਲਵਾਂਗੇ ਇਹਨਾਂ ਹੈ ਨਾ? ਕੋਲੋਂ ਸਾਰੀ ਇਹ ਬਹੁਤ ਵੱਡੇ ਇੰਜੀਨੀਅਰ ਆ ਜੀ ਤੇ ਇਹਨਾਂ ਨਾਲ ਗੱਲਬਾਤ ਵੀ ਅੱਜ ਅਸੀਂ ਫਿਰ ਇਹੋ ਹੀ ਕਰਦੇ ਆ ਜੀ ਵੀ ਖੇਤੀ ਮਸ਼ੀਨਰੀ ਸੇਵਾ ਕੇਂਦਰ ਜੀ ਕਿਸਾਨਾਂ ਦੀ ਸੇਵਾ 'ਚ। ਜੀ ਬਿਲਕੁਲ ਗੱਲ ਇਹ ਆ ਜਗਦੀਸ਼ ਜੀ, ਜੀ ਇੰਜੀਨੀਅਰ ਮਿੱਠਾ ਸਾਹਿਬ ਸਿੰਘ ਜੀ, ਉਹ ਹਾਂਜੀ ਹਾਂਜੀ ਕਿ ਅਸੀਂ ਲੋਕ ਜਦੋਂ ਖੇਤੀ ਕਰਦੇ ਸੀ ਨਾ, ਹਾਂਜੀ ਅਸੀਂ ਕੀ ਕਹਿੰਦੇ ਹੁੰਦੇ ਸੀ, ਉਹ ਵੀ ਬਿਸ਼ਨੇ ਦਾ ਹਲ ਵੇਲਾ ਹੋ ਗਿਆ ਹੋਣਾ, ਲੈ ਆ, ਲੈ ਬਿਲਕੁਲ ਜੀ। ਹੈ ਨਾ? ਬਿਲਕੁਲ ਜੀ ਹਾਂਜੀ ਹਾਂਜੀ ਹੈ ਨਾ? ਬਿਲਕੁਲ ਜੀ, ਦੇਖਦੇ ਬਈ ਜੀ। ਫਲਾਣੇ ਦਾ ਫਲਾਣਾ ਸੰਦ ਉਹਦੇ ਕੋਲ ਮੰਗ ਲਿਆ, ਉਹ ਬਿਲਕੁਲ ਜੀ। ਦੇ ਵੀ ਦਿੰਦੇ ਸੀ। ਹਾਂਜੀ ਹਾਂਜੀ ਪਰ ਹੁਣ ਅਸੀਂ ਕੰਮਾਂ ਕਾਰਾਂ 'ਚ ਇੰਨੇ ਰੁੱਝ ਗਏ ਆ, ਜੀ ਸਾਡੇ ਕੋਲ ਖੇਤੀਬਾੜੀ ਦੇ ਦਿਨ ਜਿਹੜੇ ਆ ਇੰਨੇ ਕੁ ਘਟ ਗਏ ਆ, ਸੀਮਿਤ ਹੋ ਗਏ ਆ ਵੀ ਬਿਲਕੁਲ ਜੀ। ਸਾਨੂੰ ਆਪ ਨੂੰ ਮਸ਼ੀਨਰੀ ਜਿਹੜੀ ਆ ਨਹੀਂ ਪੂਰੀ ਆਉਂਦੀ। ਉਹਨਾਂ ਦਿਨਾਂ ਦੇ ਵਿੱਚ ਅਸੀਂ ਕਿਸੇ ਤੋਂ ਫਿਰ ਮੰਗ ਹੀ ਨਹੀਂ ਸਕਦੇ। ਬਿਲਕੁਲ ਸਹੀ ਗੱਲ ਜੀ। ਇਸ ਕਰਕੇ ਫਿਰ ਇਹ ਜਦੋਂ ਸਮੇਂ ਦੀ ਮੰਗ ਹੁੰਦੀ ਆ, ਉਦੋਂ ਕੋਈ ਨਾ ਕੋਈ ਵਿਭਾਗ ਕੋਈ ਨਾ ਕੋਈ ਉਪਰਾਲਾ ਕਰਦਾ ਆ, ਬਿਲਕੁਲ ਜਿਵੇਂ ਇਹਨਾਂ ਨੇ ਕੀਤੇ। ਨਾਲੇ ਮਿੱਠਾ ਸਿੰਘ ਜੀ, ਹੁਣ ਤਕਨੀਕੀ ਖੇਤੀ ਦਾ ਯੁੱਗ ਆ। ਜੀ 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 ਤਕਨੀਕ ਦੇ ਨਾਲ ਚੱਲਾਂਗੇ ਤਾਂ ਸਮੇਂ ਦੀ ਰਫ਼ਤਾਰ ਨੂੰ ਫੜਾਂਗੇ ਤੇ ਫਿਰ ਆਪਾਂ ਅੱਗੇ ਵੀ ਵਧਾਂਗੇ। ਤੇ ਦੂਜੀ ਗੱਲ ਇਹ ਵੀ ਆ ਨਾ ਜੀ। ਕਿ ਹਰ ਕਿਸੇ ਦੇ ਵੱਸ 'ਚ ਨਹੀਂ ਹੁੰਦਾ ਵੀ ਸਾਰੇ ਅਸੀਂ ਖੇਤੀ ਸੰਦ ਲੈ ਲਈਏ, ਮੁੱਲ ਲੈ ਲਈਏ, ਬਿਲਕੁਲ ਹੈ ਨਾ। ਤੇ ਜਿਹੜੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਨੇ, ਜੀ ਹੈ ਨਾ, ਜੀ ਜੀ ਇਹ ਥੋੜੀ ਜੀ ਸਾਨੂੰ ਆਮ ਭਾਸ਼ਾ ਦੇ ਵਿੱਚ ਸਮਝਾਓਗੇ ਵੀ ਇਹ ਹੁੰਦੇ ਕੀ ਆ? ਮਿੱਠਾ ਸਿੰਘ ਜੀ, ਜੇ ਬਿਲਕੁਲ ਦੇਸੀ ਲੈਂਗੁਏਜ ਗੱਲ ਕਰੀਏ, ਜੀ ਉਦੋਂ ਅਸੀਂ ਕਿਸੇ ਦਾ ਸੰਦ ਜਿਹੜਾ ਲੈ ਆਉਂਦੇ ਸੀਗੇ ਵਰਤਣ ਲਈ, ਜੀ ਉਹ ਵਰਤ ਕੇ ਦੇ ਦਿੰਦੇ ਸੀਗੇ। ਹਾਂ ਜੇ ਅੱਜ ਅਸੀਂ ਕਿਸੇ ਤੋਂ ਇੱਕ ਸੰਦ ਲਿਆਉਂਦੇ ਸੀਗੇ ਤਾਂ ਦੂਜਾ ਨੂੰ ਦੇ ਵੀ ਦਿੰਦੇ ਸੀਗੇ। ਹਾਂ ਠੀਕ ਹੈ ਜੀ। ਅਸੀਂ ਵੀ ਉਹੀ ਗੱਲ ਨੂੰ ਹੁਣ ਕਮਰਸ਼ੀਅਲ ਤਰੀਕੇ ਨਾਲ ਕਰਨਾ ਚਾਹੁੰਦੇ ਆ। ਜੀ ਕਰਨਾ ਕੀ ਚਾਹੁੰਦੇ ਆ? ਅੱਜ ਦੇ ਸਮੇਂ ਦੇ ਵਿੱਚ ਸਾਡੀਆਂ ਲੋੜਾਂ, ਸਾਡੀ ਖੇਤੀ ਇੰਨੀ ਤਰੱਕੀ ਕਰ ਗਈ ਆ ਕਿ ਅਸੀਂ ਇੱਕ ਪਰਿਵਾਰ, ਕਿਉਂਕਿ ਸਮੇਂ ਦੇ ਨਾਲ ਨਾਲ ਸਾਡੀਆਂ ਖੇਤੀ ਜੋਤਾਂ ਦਾ ਸਾਈਜ਼ ਬਹੁਤ ਛੋਟਾ ਹੋ ਗਿਆ ਜੀ ਤੇ ਜੀ, ਇੱਕ ਪਰਿਵਾਰ ਸਾਰੀ ਖੇਤੀ ਦੇ ਸੰਦ ਲੈਣਾ ਸੰਭਵ ਹੀ ਨਹੀਂ ਹੈਗਾ। ਬਿਲਕੁਲ ਬਿਲਕੁਲ ਠੀਕ ਹੈ ਜੀ। ਉਹਨਾਂ ਗੱਲਾਂ ਨੂੰ ਦੇਖਦੇ ਹੋਏ ਅਸੀਂ ਵੀ ਇਹੀ ਦੇਖਿਆ ਕਿ ਸਾਡਾ ਭਵਿੱਖ ਜਿਹੜਾ ਹੈਗਾ ਕਿ ਅਸੀਂ ਪਿੰਡ ਵਾਸੀਆਂ ਨੂੰ ਇੱਕ ਪਿੰਡ, ਦੋ ਪਿੰਡ, ਤਿੰਨ ਪਿੰਡ, ਜਿੱਦਾਂ ਦੀ ਉਹਨਾਂ ਦੀ ਜ਼ਮੀਨ ਹੈਗੀ ਆ, ਉਹ ਇਕੱਠੇ ਹੋ ਕੇ ਇੱਕ ਕਸਟਮਰੀ ਸੈਂਟਰ ਬਣਾ ਲੈਣ, ਜੀ ਜੀ ਜਿਸ ਵਿੱਚ ਉਹ ਆਪਣੇ ਲੋੜ ਮੁਤਾਬਕ ਸੰਦ ਲੈ ਕੇ ਰੱਖਣ ਹਾਂ ਤੇ ਜਿਹੜੇ ਕਿਸਾਨ ਨੂੰ ਜ਼ਰੂਰਤ ਹੈਗੀ ਆ ਉਹ ਉਹਨਾਂ ਕੋਲ ਸੰਦ ਲੈ ਲੈਣ। ਪਰ ਹੁਣ ਜਿੰਨੀ ਮਸ਼ੀਨਰੀ ਆ ਗਈ, ਟਰੈਕਟਰ ਸਾਡੇ ਕੋਲ ਆ ਗਏ, ਟਰੈਕਟਰ ਦੀ ਜੇ ਅਸੀਂ ਕਹਿੰਦੇ ਆ ਕਿ ਘੱਟੋ ਘੱਟ 300 ਤੋਂ 400 ਘੰਟਾ ਚੱਲਣਾ ਚਾਹੀਦਾ ਸਾਲ 'ਚ, ਹਾਂ ਉਹ ਵੀ ਵਰਤੋਂ ਨਹੀਂ ਹੋ ਰਹੀ। ਨਹੀਂ ਹੋ ਰਿਹਾ, ਇੱਕ ਜਗ੍ਹਾ ਤੇ ਪਿਆ ਰਹਿੰਦਾ ਜੀ, ਹਾਂਜੀ ਬਿਲਕੁਲ ਉਹ ਪਏ ਰਹਿਣ ਦੇਣ, ਉਹ ਮਸ਼ੀਨਰੀ ਖੜੀ ਖੜੀ ਸਾਨੂੰ ਨੁਕਸਾਨ ਕਰੀ ਜਾ ਰਹੀ ਹੈ, ਕਰੀ ਜਾ ਕਿਉਂਕਿ ਉਹਨਾਂ ਜਗ੍ਹਾ ਵੀ ਲੈਣੀ ਆ, ਇੰਸ਼ੋਰੈਂਸ ਵੀ ਕਰਾਉਣੀ ਆ, ਸਰਵਿਸ ਵੀ ਕਰਾਉਣੀ ਆ, ਸਾਰੇ ਖਰਚੇ ਤਾਂ ਉਦਾਂ ਹੀ ਆ, ਹਾਂ ਪਰ ਉਹ ਵਰਤੋਂ ਨਹੀਂ ਆ ਰਹੀ। ਇਹੀ ਹਾਲ ਸਾਡੀਆਂ ਮਸ਼ੀਨਾਂ ਨੂੰ ਹੋ ਰਿਹਾ। ਜੀ ਇਸੇ ਕਰਕੇ ਸਰਕਾਰ ਦੇ ਪੱਧਰ ਤੇ ਸਾਰਿਆਂ ਨੇ ਮਿਲ ਕੇ ਅਸੀਂ ਇਹ ਦੇਖਿਆ ਕਿ ਜੇਕਰ ਅਸੀਂ ਆਪਣੀ ਖੇਤੀ ਦੇ ਧੰਦੇ ਨੂੰ ਇੱਕ ਲਾਹੇਵੰਦ ਧੰਦਾ ਬਣਾਉਣਾ ਆ ਤਾਂ ਸਾਨੂੰ ਮਿਲ ਕੇ ਸਾਡੇ ਨੌਜਵਾਨ ਕਿਸਾਨ ਵੀਰਾਂ ਨੇ ਕੰਮ ਕਰਨਾ ਹੈ, ਕੋਈ ਬਾਹਰੋਂ ਬੰਦੇ ਨਹੀਂ ਆਉਣੇ। ਬਿਲਕੁਲ ਜੀ, ਬਿਲਕੁਲ। ਉਹ ਮਿਲ ਕੇ ਆਪਣੇ ਪਿੰਡ ਦੇ ਵਿੱਚ ਜਾਂ ਆਪਣੀਆਂ ਇਲਾਕੇ ਦੇ ਵਿੱਚ 2 3 4 ਪਿੰਡਾਂ ਦੇ ਇਕੱਠੇ ਹੋ ਕੇ ਕਸਟਮਾਈਜ਼ਿੰਗ ਸੈਂਟਰ ਸਥਾਪਿਤ ਕਰਨ। ਕਿਸਾਨ ਕੋਲ ਸਿਰਫ ਦਾਤੀ ਰੰਬਾ ਤੇ ਕਈ ਹੋਵੇ, ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਉਹਨੂੰ ਮਿਲ ਜਾਵੇ, ਜਿਹੜੀ ਕਿ ਉਹਨੂੰ ਇੰਨੀ ਮਸ਼ੀਨਰੀ ਦੇ ਰੱਖਣ ਦੇ ਵਿਆਜ ਵਿੱਚ ਹੀ ਪੂਰੀ ਹੋਏਗਾ। ਹੋ ਜਾਂਦੀ ਆ, ਥੋੜੇ ਪੈਸੇ ਲੱਗਦੇ ਆ ਹਾਂ, ਜੀ। ਬਿਲਕੁਲ ਦੇਖੋ ਜੀ। ਗੱਲ ਇਹ, ਘਰ ਕਲੀ ਕਰਾਣੀ ਹੋਵੇ ਤੇ ਪੌੜੀ ਕਿਰਾਏ ਤੇ ਹੀ ਲਿਆਈਦੀ ਆ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਇਹੀ ਗੱਲ ਅਸੀਂ ਕਰ ਰਹੇ ਹਾਂ ਜੀ। ਸਹੀ ਗੱਲ ਜੀ ਇਹੀ ਸੋ ਗੱਲ ਡਾਕਟਰ ਸਾਹਿਬ, ਬਹੁਤ ਵਧੀਆ ਗੱਲ ਹੈ ਵੀ ਦੇਖੋ ਮਸ਼ੀਨੀ ਯੁੱਗ ਆ, ਜੀ ਵਾਹੀ ਯੋਗ ਰਕਬਾ ਸਾਡਾ ਘਟ ਰਿਹਾ, ਪਰ ਸਾਡੇ ਕੋਲ ਜਿਹੜੇ ਸੰਦ ਆ ਉਹ ਵੀ ਜਿਹੜੇ ਪ੍ਰਾਪਤ ਮਾਤਰਾ ਦੇ ਵਿੱਚ ਹੋਣੇ ਜ਼ਰੂਰੀ ਆ। ਹਾਂਜੀ ਹਾਂਜੀ ਤੁਸੀਂ ਦੱਸਿਆ ਵੀ ਜਿਹੜੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਨੇ ਉਹ ਇਲਾਕੇ ਦੇ ਵਿੱਚ ਤੁਹਾਡੇ ਵਿਭਾਗ ਵੱਲੋਂ ਲਗਾਏ ਜਾ ਰਹੇ ਆ। ਜੀ ਜੀ ਹੁਣ ਜਿਹੜੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਨੇ, ਕਿਸਾਨਾਂ ਨੂੰ ਇਹਦਾ ਫਾਇਦਾ ਕੀ ਆ? ਜੀ ਲੁਪਿੰਦਰ ਜੀ, ਕਿਸਾਨਾਂ ਲਈ ਹੀ ਫਾਇਦਾ ਆ। ਜੀ ਤੁਸੀਂ ਛੋਟੀ ਜੀ ਗੱਲ ਕੀਤੀ ਹੈ ਕਸਟਮਰੀ ਸੈਂਟਰ। ਸਰਕਾਰ ਨੇ ਕੋਆਪਰੇਟਿਵ ਸੋਸਾਇਟੀਆਂ ਦੇ ਵਿੱਚ ਵੀ ਸੰਦ ਦਿੱਤੇ ਹੋਏ ਆ। ਦਿੱਤੇ ਜੀ। ਠੀਕ ਹੈ ਜੀ। ਜੀ ਜੇ ਅਸੀਂ ਇੱਕ ਸੰਦ ਲੈ ਲਿਆ, ਜੀ ਮੰਨ ਲਓ ਅਸੀਂ ਹੁਣ ਪਿਛਲੇ 4 ਸਾਲ ਦੀ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਪਰਾਲੀ ਨੂੰ ਅੱਗ ਲਗਾਉਣ ਦੀ ਰਵਾਇਤ ਖਤਮ ਹੋ ਗਈ ਜੀ। ਹੁਣ ਕੋਈ ਟਾਵੀ ਲੱਗਦੀ ਹੈ, ਜਦ ਕਿ ਉਹਦਾ ਕੀ ਹੋਇਆ, ਉਹ ਸਿਰਫ ਤੇ ਸਿਰਫ ਮਸ਼ੀਨਾਂ ਨਾਲ ਹੀ ਸੰਭਵ ਹੋਇਆ ਜੀ। ਹੁਣ ਉਹ ਮਸ਼ੀਨਾਂ ਲੈ ਕੇ ਜੇ ਸਾਲ ਦੇ ਸੀਜ਼ਨ ਦੇ ਵਿੱਚ 100 ਘੰਟਾ ਨਹੀਂ ਚੱਲਦੀਆਂ, ਉਹ ਫਿਰ ਤੁਹਾਨੂੰ ਹੀ ਨੁਕਸਾਨ ਆ। ਬਿਲਕੁਲ ਪੈਸਾ ਲਾਉਣਾ ਕਿਸਾਨ ਲਈ ਬੜਾ ਸੌਖਾ ਹੈ, ਪਰ ਜੇਕਰ ਉਹ ਮਸ਼ੀਨਾਂ ਨੂੰ ਲੈ ਕੇ
ਆਪਣਾ ਕੰਮ ਕਰਨ ਦੇ ਨਾਲ ਨਾਲ ਦੂਜਿਆਂ ਦਾ ਕੰਮ ਵੀ ਕੀਤਾ ਜਾਵੇ ਜੀ ਤੇ ਹੋਰ ਆਪਾਂ ਨੂੰ ਇਨਕਮ ਵੀ ਸੋਰਸ ਵਧੂਗਾ। ਬਿਲਕੁਲ। ਦੂਜੀ ਗੱਲ ਇਹ ਹੈ ਜੀ, ਇਸ ਸਮੇਂ ਤਕਨੀਕ ਦੇ ਯੁੱਗ ਦੇ ਵਿੱਚ ਦਿਨੋਂ ਦਿਨ ਨਵੀਆਂ ਤੋਂ ਨਵੀਆਂ ਮਸ਼ੀਨਾਂ ਆ ਰਹੀਆਂ ਬਿਲਕੁਲ ਜੀ, ਜਿਹੜੀਆਂ ਕਿ ਕਿਸਾਨ ਦੇ ਲੈਣ 'ਚ ਸੰਭਵ ਨਹੀਂ ਹੈ। ਜੀ ਜੀ ਬਿਲਕੁਲ। ਰਵਾਇਤੀ ਖੇਤੀ ਦੇ ਨਾਲ ਹੁਣ ਜਿਹੜੀ ਨਵੀਂ ਤਕਨੀਕ ਦੀ ਖੇਤੀ ਆਈ ਹੈ ਜੀ, ਆਪਾਂ ਇੱਕ ਗੰਨੇ ਦੀ ਗੱਲ ਕਰੀਏ, ਪਹਿਲਾਂ ਅਸੀਂ ਗੰਨਾ ਜੀ ਰਿਜਰ ਨਾਲ ਲਾਉਂਦੇ ਸੀਗੇ, ਲਾਗੇ 1 ਫੁੱਟ ਤੇ ਲਾਉਂਦੇ ਸੀਗੇ। ਹੁਣ ਜਿਹੜੀ ਨਵੀਂ ਗੰਨੇ ਦੀ ਟੈਕਨੀਕ ਆ ਗਈ ਹੈ, ਕਹਿੰਦੇ ਜੀ ਗੰਨਾ 4 ਫੁੱਟ ਤੇ ਲਾਓ ਜੀ। 4 ਫੁੱਟ ਤੇ ਗੰਨਾ ਲਾਉਣ ਨੂੰ ਕਹਿੰਦੇ ਤੁਹਾਡਾ ਝਾੜ ਆ 400 ਤੋਂ 500 ਕੁਇੰਟਲ ਮਿਲ ਜਾਂਦਾ ਜੀ। ਹੁਣ 400 ਫੁੱਟ ਤੇ ਗੰਨਾ ਤਾਂ ਲਾ ਲਿਆ ਜੀ। ਹੁਣ ਅੱਗੇ ਗੰਨਿਆਂ ਦੀ ਲੇਬਰ ਹੁੰਦੇ ਸੀਗੇ, ਪਰਿਵਾਰਕ ਮੈਂਬਰ ਹੁੰਦੇ ਸੀ, ਰਲ ਮਿਲ ਕੇ ਉਹਦੀ ਗੋਡੀ ਕਰ ਰਹੇ ਸੀਗੇ। ਹੁਣ ਲੇਬਰ ਵੀ ਨਹੀਂ ਮਿਲਦੀ ਪਈ, ਪਰਿਵਾਰਕ ਮੈਂਬਰ ਵੀ ਉਹਨੂੰ ਕੰਮ ਕਰਨਗੇ। ਹੁਣ ਉਹ ਵੀ ਗੋਡੀ ਲਈ ਮਸ਼ੀਨਾਂ ਆ ਗਈਆਂ। ਹੁਣ ਜੇਕਰ ਬੰਦੇ ਕੋਲ 2 ਤੋਂ 4 ਏਕੜ ਖੇਤੀ ਹੈ ਜੀ, ਉਹਨੂੰ ਸਾਰੀਆਂ ਮਸ਼ੀਨਾਂ ਲਾਊਗਾ, ਉਹਦਾ ਕਿੰਨਾ ਖਰਚਾ ਵੱਧ ਗਿਆ ਜੀ। ਬਿਲਕੁਲ ਜੀ। ਮਸ਼ੀਨ ਤਾਂ ਵਰਤਣੀ ਵੱਧ ਤੋਂ ਵੱਧ 2 ਗੋਡੀਆਂ ਹੋਣੀਆਂ। ਇਸ ਕਰਕੇ ਇਹ ਜਿਹੜੇ ਗੋਡੀ ਕਰਨ ਵਾਲੇ ਛੋਟੇ ਟਰੈਕਟਰ ਆ ਜਾਂ ਰੋਟਾਵੇਟਰ ਨਾਲ ਪਾ ਕੇ ਜਿਹੜੇ ਟਿੱਲਰ ਆਉਂਦੇ ਆ, ਉਹਨਾਂ ਨਾਲ ਗੋਡੀ ਕੀਤੀ ਜਾਵੇ ਤਾਂ ਉਹ ਕਿਰਾਏ ਤੇ ਕੰਮ ਕਰਾ ਲਿਆ ਜਾਵੇ ਤਾਂ ਬਹੁਤ ਸਸਤਾ ਪੈਂਦਾ ਹੈ। ਸਸਤਾ ਪੈਂਦਾ ਜੀ, ਨਾਲੇ ਉਸੇ ਮਸ਼ੀਨਰੀ ਦੀ ਵਰਤੋਂ ਵੱਧ ਹੁੰਦੀ ਹੈ। ਵਰਤੋਂ ਵੱਧ ਹੁੰਦੀ ਆ। ਹੁਣ ਦੇਖੋ ਜੀ, ਗੰਨਾ ਕਟਾਈ ਦੇ ਸੀਜ਼ਨ ਦੇ ਵਿੱਚ ਕਿਸਾਨ ਭਰਾ ਲਈ ਇੰਨੀ ਮੁਸ਼ਕਲ ਆਉਂਦੀ ਆ, ਜਿਉਂ-ਜਿਉਂ ਲੇਬਰ ਸ਼ਾਰਟੇਜ ਆ ਜਾਂਦੀ ਆ ਤੇ ਕਿਸਾਨ ਦਾ 1/3 ਖਰਚਾ ਗੰਨੇ ਦੀ ਕਟਾਈ ਤੋਂ ਲੈ ਕੇ ਲੋਡਿੰਗ ਕਰਨ ਤੇ ਮਿਲ ਤੱਕ ਸਿੱਟਣ ਦਾ ਆ ਜਾਂਦਾ। ਜੇ ਉਹੀ ਖਰਚਾ ਮਸ਼ੀਨ ਨਾਲ ਕਰ ਜੀ ਤੇ ਖਰਚਾ ਘਟ ਜਾਊਗਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਸਾਡਾ ਮੰਤਵ ਇੱਕੋ ਹੀ ਆ ਕਿ ਖੇਤੀ ਦੀਆਂ ਲਾਗਤਾਂ ਨੂੰ ਘਟਾਇਆ ਜਾਵੇ ਤੇ ਫਾਇਦਾ ਵਧਾਇਆ ਜਾਵੇ। ਪਰ ਕਈ ਵਾਰੀ ਕੀ ਹੁੰਦਾ ਵੀ ਸਾਡੇ ਆਮ ਮਹਾਜਨ ਮੇਰੇ ਵਰਗੇ ਜਿਹੜੇ ਆ ਛੋਟੇ ਛੋਟੇ ਜ਼ਿਮੀਂਦਾਰ ਆ, ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਜੇ ਸੇਵਾ ਕੇਂਦਰ ਬਣਾਉਣਾ ਹੋਵੇ ਜਾਂ ਸਥਾਪਿਤ ਕਰਨਾ ਹੋਵੇ ਤੇ ਇਹਨੂੰ ਕਰਨਾ ਕਿਵੇਂ ਆ। ਹਾਂਜੀ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਵੀ ਇਹ ਖੇਤੀ ਮਸ਼ੀਨਰੀ ਸੇਵਾ ਕੇਂਦਰ ਸਥਾਪਿਤ ਕਿਵੇਂ ਕੀਤੇ ਜਾਂਦੇ ਆ ਜੀ। ਇਹ ਜਿਹੜੇ ਕਸਟਮ ਹਾਇਰਿੰਗ ਖੇਤੀ ਸੇਵਾ ਕੇਂਦਰ ਹੈਗੇ ਜੀ, ਇਹ ਕਿਸਾਨਾਂ ਦੁਆਰਾ ਕਿਸਾਨਾਂ ਦੇ ਲਈ ਬਣਾਏ ਜਾਂਦੇ ਆ। ਇਹ ਤੋਂ ਜਿਹੜੀ ਵੀ ਕਮਾਈ ਹੁੰਦੀ ਆ ਉਹ ਵੀ ਕਿਸਾਨਾਂ ਦੀ ਹੁੰਦੀ ਆ ਜੀ। ਇਹਦੇ ਲਈ ਸਭ ਤੋਂ ਪਹਿਲਾਂ ਕਿਸਾਨ ਭਰਾਵਾਂ ਨੂੰ ਚਾਹੀਦਾ ਆ, ਉਹ ਜੇ ਤੁਹਾਡੇ ਪਿੰਡ ਦੇ ਵਿੱਚ ਕੋਆਪਰੇਟਿਵ ਸੋਸਾਇਟੀ ਸਹਿਕਾਰੀ ਸਭਾਵਾਂ ਹੈਗੀ ਆ, ਉਹ ਚੱਲਦੀਆਂ ਪਈਆਂ, ਉਹਨਾਂ ਵਿੱਚ ਹੀ ਸੰਦ ਲੈ ਲੈਣ। ਜੇਕਰ ਉਹ ਨਹੀਂ ਹੈਗੀਆਂ, ਉਹਨਾਂ ਨਾਲ ਕੰਮ ਉਹਨਾਂ 'ਚ ਘੰਟਾ ਆ ਰਹੇ ਆ, ਜਾਂ ਤੁਸੀਂ ਉਹਦੇ ਇਲਾਵਾ ਇੱਕ ਹੋਰ ਸੈਂਟਰ ਬਣਾਉਣਾ ਚਾਹੁੰਦੇ ਆ, ਤੁਸੀਂ ਇਕੱਠੇ ਹੋਵੋ ਜਾਂ ਆਪਣਾ ਇੱਕ ਇਕੱਠੇ ਹੋ ਕੇ ਆਪਣੇ ਕਿਸਾਨ ਭਰਾਵਾਂ ਦੀ ਸੰਸਥਾ ਬਣਾ ਲਓ, ਜਿਹੜਾ ਕਿ ਮਿਲ ਕੇ ਕੰਮ ਕਰਨ, ਜਿਹੜਾ ਸਾਰਾ ਕੁਝ ਆਪਣਾ ਲਿਖਤੀ ਹਿਸਾਬ ਰੱਖਣਗੇ। ਆਹ ਮਸ਼ੀਨ ਆਈ ਆ, ਆਹ ਮਸ਼ੀਨ ਦਾ ਇੰਨਾ ਕੰਮ ਕੀਤਾ, ਇੰਨਾ ਫਾਇਦਾ ਆ ਰਿਹਾ, ਇਹਦਾ ਇੰਨਾ ਖਰਚਾ ਆ ਰਿਹਾ। ਜਿਹੜੇ ਉਹ 'ਚ ਕੰਮ ਕਰਨਗੇ ਉਹਨਾਂ ਨੂੰ ਤਨਖਾਹਾਂ ਤੱਕ ਦੇਣ। ਇਸ ਤੋਂ ਅੱਗੇ ਜਾ ਕੇ ਜੇਕਰ ਇਹ ਸੰਸਥਾ ਬਣਾਉਣੀ ਜਾਂ ਗਰੁੱਪ ਬਣਾ ਸਕਦੇ ਆ। ਇਸ ਤੋਂ ਵੀ ਜੇਕਰ ਤੁਸੀਂ ਵੱਡਾ ਕੰਮ ਕਰਨਾ ਚਾਹੁੰਦੇ ਹੋ, ਇੱਕ ਹੁੰਦੀ ਆ ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨ, ਜਿਹਦੇ ਵਿੱਚ ਪਿੰਡਾਂ 'ਚੋਂ 400-500 ਮੈਂਬਰ ਇਕੱਠੇ ਹੋ ਕੇ ਬਣਾਉਂਦੇ ਆ। ਉਹ ਤਾਂ ਹਰ ਪ੍ਰਕਾਰ ਦਾ ਖੇਤੀ ਸੰਦ ਲੈਣ ਤੋਂ ਇਲਾਵਾ ਜਿਹੜੀ ਆਪਣੀ ਖੇਤੀ ਉਪਜ ਆ ਉਹ ਵੀ ਇਕੱਠੇ ਹੋ ਕੇ ਵੇਚਣ, ਜਿਸ ਨਾਲ ਉਹ ਵੱਧ ਤੋਂ ਵੱਧ ਮੁਨਾਫਾ ਕਮਾ ਸਕਣ। ਡਾਕਟਰ ਸਾਹਿਬ ਬਹੁਤ ਵਧੀਆ ਗੱਲ ਕੀਤੀ ਤੁਸੀਂ ਵੀ ਇਸ ਜਿਹੜੇ ਤੁਹਾਡੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਨੇ ਕਿਸਾਨਾਂ ਦੁਆਰਾ ਕਿਸਾਨਾਂ ਲਈ ਜਿਹੜੇ ਬਣਾਏ ਜਾਂਦੇ। ਜੀ। ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਥੋੜੇ ਦਿਨਾਂ ਤੱਕ। ਹੁਣ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਉੱਥੇ ਝੋਨੇ ਦੀ ਲਵਾਈ ਦੀਆਂ ਕਿਹੜੀਆਂ ਮਸ਼ੀਨਾਂ ਮਿਲਣਗੀਆਂ ਤੇ ਇਸ ਤੋਂ ਇਲਾਵਾ ਹੋਰ ਕਿਹੜੀ ਮਸ਼ੀਨਰੀ ਉਪਲਬਧ ਹੋਏਗੀ। ਕਿਸਾਨ ਨੂੰ ਜਿਹੜਾ ਵੀ ਖੇਤੀ ਸੇਵਾ ਕੇਂਦਰ ਬਣਾ ਰਿਹਾ ਜੀ, ਉਹਨੂੰ ਮਸ਼ੀਨਾਂ ਕਿਹੜੀ ਲੈਣੀ ਚਾਹੀਦੀਆਂ ਜੀ। ਸਾਡੇ ਕੋਲ ਬਹੁਤ ਮਸ਼ੀਨਾਂ ਜੀ, ਆਪਾਂ ਦੇਣ ਨੂੰ ਤਿਆਰ ਆ ਜੀ, ਪਰ ਕਿਸਾਨ ਨੂੰ ਉਹ ਮਸ਼ੀਨਾਂ ਲੈਣ ਨੂੰ ਤਰਜੀਹ ਦੇਣੀ ਚਾਹੀਦੀ ਆ ਜਿਹੜੀ ਉਹਨਾਂ ਦੇ ਇਲਾਕੇ 'ਚ ਮੰਗ ਹੋਵੇ। ਬਿਲਕੁਲ, ਹਾਂ, ਜਿਹੜੀ ਫਸਲ ਲਈ ਚਾਹੀਦੀ ਹੋਵੇ। ਜਿੱਦਾਂ ਹੁਣ ਗੰਨਾ ਹੈਗਾ ਜੀ, ਗੰਨਾ ਕਟਾਈ ਦਾ ਆਉਣਾ ਜੀ ਸੀਜ਼ਨ ਜੀ। ਗੰਨਾ ਕਟਾਈ ਦੇ ਵਿੱਚ ਸ਼ੂਗਰ ਕੇਨ ਹਾਰਵੈਸਟਰ ਹੁੰਦੇ ਜੀ, ਜਿਹੜੇ ਕਿ ਕਰੋੜਾਂ 'ਚ ਪੈ ਜਾਂਦੇ ਜੀ। ਜੇ ਹੁਣ ਹਰ ਕਿਸਾਨ ਕਵੇ ਕਿ ਮੈਂ ਨਿੱਜੀ ਤੌਰ ਤੇ ਲੈ ਲਾਂ, ਉਹ ਤਾਂ ਕੋਈ ਫਾਇਦਾ ਹੀ ਨਹੀਂ, ਸੰਭਵ ਨਹੀਂ ਜੀ। ਹਾਂ, ਉਹ ਇਕੱਠੇ ਹੋ ਕੇ ਲੈਣ ਤਾਂ ਜੋ ਉਹ ਸੀਜ਼ਨ 'ਚ ਵੱਧ ਤੋਂ ਵੱਧ ਵਰਤੋਂ ਹੋਵੇ ਤੇ ਫਾਇਦਾ ਹੋਵੇ ਜੀ। ਹੁਣ ਇਸੇ ਤਰੀਕੇ ਨਾਲ ਜੀ, ਹੁਣ ਝੋਨਾ ਲਵਾਈ ਦੀ ਮਸ਼ੀਨ ਹੈ ਜੀ। ਝੋਨਾ ਲਵਾਈ ਲਈ ਜੇਕਰ ਪੈਡੀ ਟਰਾਂਸਪਲਾਂਟਰ ਲਈਏ, ਪੈਡੀ ਟਰਾਂਸਪਲਾਂਟਰ ਦੇ ਲਈ ਜੇ ਤਾਂ ਕੋਈ ਨੇ ਆਪਣੇ ਲਈ ਲੈਣਾ, ਉਹ ਤਾਂ ਛੋਟਾ ਜਿਹਾ ਲੈ ਲੂਗਾ ਜੀ, ਜਿਹੜਾ ਕਿ ਪਿੱਛੇ ਤੁਰੀ ਚੱਲਦਾ ਰਹੂਗਾ, ਕੰਮ ਕਰ ਲੂਗਾ ਜੀ। ਜੇਕਰ ਤੁਸੀਂ ਇਕੱਠੇ ਹੋ ਕੇ ਬਹਿ ਕੇ ਆਪਣੇ ਇੱਕ ਸੰਸਥਾ ਬਣਾ ਕੇ ਲਓਗੇ, ਤੁਸੀਂ ਵੱਡੇ ਪੈਡੀ ਟਰਾਂਸਪਲਾਂਟਰ ਲਓ ਜੀ, ਜਿਹੜੇ ਕਿ 45 ਮਿੰਟ ਤੋਂ ਲੈ ਕੇ ਵੱਧ ਤੋਂ ਵੱਧ 45 ਮਿੰਟ, ਘੱਟ ਤੋਂ ਘੱਟ 30 ਮਿੰਟ ਦੇ ਵਿੱਚ 1 ਕਿੱਲੇ ਦੀ ਬਿਜਾਈ ਕਰ ਦਿੰਦੇ। ਬਿਲਕੁਲ ਠੀਕ ਹੈ ਜੀ। ਉਹ ਬਿਜਾਈ ਕਰਨ ਦੇ ਲਈ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈਗਾ ਆ ਪਨੀਰੀ ਦਾ ਜੀ। ਹੁਣ ਪਨੀਰੀ ਸਾਡੇ ਕਿਸਾਨ ਵੀਰ, ਇੰਨੀ ਗਰਮੀ ਪੈਂਦੀ ਆ ਤੇ ਪਨੀਰੀ ਉਹਨਾਂ ਨੂੰ ਪਾਲਣੀ ਬਹੁਤ ਔਖੀ ਲੱਗਦੀ ਹੈ। ਉਹ ਕਿਉਂ ਟਰੇਆਂ 'ਚ ਜਾਂ ਪਲਾਸਟਿਕ ਦੇ ਉੱਪਰ ਲਾਉਣੀ ਪੈਂਦੀ ਹੈ। ਉਸ ਦੇ ਲਈ ਵੀ
ਹੁਣ ਮਸ਼ੀਨਾਂ ਆ ਗਈਆਂ ਜਿਹੜੀਆਂ ਕਿ ਤੁਹਾਡੇ ਸ਼ੈੱਡ ਦੇ ਅੰਦਰ ਰੱਖ ਕੇ ਉਹਦੇ ਵਿੱਚ ਹੀ ਆਟੋਮੈਟਿਕ ਪਲਾਂਟ ਲਗਾ ਜਾਂਦੇ ਆ। ਮਿੱਟੀ ਪਾਓ, ਦਾਣੇ ਪਾਓ, ਉਹਨਾਂ ਨੇ ਟਰੇਆਂ ਬਣਾ ਕੇ ਆਪ ਹੀ ਕੱਢ ਦੇਣੀਆਂ। ਉਹਨਾਂ ਨੂੰ ਛਾਵੇਂ ਰੱਖ ਕੇ ਪਾ ਲਓ, ਜਦੋਂ ਥੋੜੀ ਜਿਹੀ ਪਨੀਰੀ ਉੱਗ ਜਾਂਦੀ ਆ ਉਹਨਾਂ ਨੂੰ ਖੇਤ ਵਿੱਚ ਟ੍ਰਾਂਸਫਰ ਕਰ ਦਿਓ। ਉਹਦੇ ਦੇ ਨਾਲ ਸਿਰਫ ਤੁਸੀਂ ਪਨੀਰੀ ਬੀਜਣ ਦਾ ਕੰਮ ਕੀਤਾ, ਪਨੀਰੀ ਬੀਜ ਕੇ ਪਨੀਰੀ ਪਾਲੋ ਤੇ ਲਗਾਉਣ ਲਈ ਮਸ਼ੀਨ ਕਿਰਾਏ ਤੇ ਲਿਆਓ ਤੇ ਆਪਣੀ ਬਿਜਾਈ ਕਰੋ, ਜਿਹੜੀ ਕਿ ਇਹ ਬਿਜਾਈ ਹੈਗੀ ਆ ਇਹ ਸਾਨੂੰ ਲੇਬਰ ਨਾਲੋਂ ਵੀ ਸਸਤੀ ਪੈਂਦੀ ਆ ਬਿਲਕੁਲ ਜੇ ਕਿਰਾਏ ਤੇ ਕਰਾਂਗੇ। ਇਸ ਤੋਂ ਵੱਡਾ ਜਿਹੜਾ ਫਾਇਦਾ ਇਹ ਆ ਜੀ, ਜਿੰਨਾ ਮਰਜ਼ੀ ਅਸੀਂ ਕਰਮ ਕਰ ਲਈਏ, ਅਸੀਂ ਆਪ ਵੀ ਕੰਮ ਕਰ ਲਈਏ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਕ ਟੇਢਾ ਹੋ ਕੇ ਕੰਮ ਕਰਦੇ ਪਿੱਠ ਰਹਿ ਜਾਂਦੀ ਜੀ, ਰਹਿ ਜਾਂਦੀ ਨਾ। ਬਿਲਕੁਲ। ਪਰ ਉਹੀ ਕੰਮ ਜਦੋਂ ਅਸੀਂ ਲੇਬਰ ਕੋ ਕਰਾਉਂਦੇ ਆ, ਲੇਬਰ ਸਾਡੇ 1 ਮੀਟਰ ਸਕੁਅਰ ਦੇ ਵਿੱਚ ਵੱਧ ਤੋਂ ਵੱਧ 15 ਤੋਂ 20 ਬੂਟੇ ਮਸੀਂ ਹੁੰਦੇ ਆ ਜੀ। ਸਾਡੀ ਯੂਨੀਵਰਸਿਟੀਆਂ ਵੀ ਇਹ ਕਹਿੰਦੀਆਂ ਕਿ ਜੇ ਝਾੜ ਪੂਰਾ ਲੈਣਾ ਆ ਘੱਟੋ ਘੱਟ 33 ਬੂਟੇ ਲੱਗਣੇ ਚਾਹੀਦੇ ਆ। ਅੱਛਾ ਜੀ। ਅਸੀਂ ਬੂਟੇ ਪੂਰੇ ਕਰ ਦਈਏ ਜੀ, ਸਾਡਾ ਝਾੜ ਪੂਰਾ ਹੋ ਜੂਗਾ। ਹੁਣ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਹੋਣਾ ਕਿ ਕਿਸਾਨਾਂ ਵੱਲੋਂ ਮੱਕੀ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਆ ਜੀ। ਮੱਕੀ ਲਗਾਈ ਗਈ ਆ। ਹੁਣ ਮੱਕੀ ਲਗਾਉਣ ਦੇ ਵਿੱਚ ਪਹਿਲਾਂ ਅਸੀਂ ਹੱਥਾਂ ਨਾਲ ਕੱਲਾ ਦਾਣਾ ਕੇਰਦੇ ਸੀਗੇ, ਉਹ 'ਚ ਕੀ ਹੁੰਦਾ ਸੀ, ਕਦੇ 1 ਡਿੱਗ ਜਾਂਦਾ ਸੀਗਾ, ਕਦੇ 2 ਡਿੱਗ ਜਾਂਦੇ ਸੀ ਦਾਣੇ। ਜੀ ਕਿਤੇ ਕਿਰਦਾ ਹੀ ਨਹੀਂ ਸੀ, ਮਿਸ ਹੋ ਜਾਂਦਾ ਸੀਗਾ ਜੀ। ਬੰਦਾ ਜੀ ਇੱਕ ਕੰਮ ਨੂੰ ਬਾਰ-ਬਾਰ ਕਰਦਾ, ਗਲਤੀ ਤਾਂ ਹੁੰਦੀ ਹੈ ਜੀ। ਹੁਣ ਉਹਦੇ ਲਈ ਨਮੈਟਿਕ ਪਲਾਂਟਰ ਆ ਗਏ ਜੀ। ਜਿਹੜੇ ਨਮੈਟਿਕ ਪਲਾਂਟਰ ਮਸ਼ੀਨਾਂ ਆਈਆਂ ਜੀ, ਉਹ ਜੀ ਸਾਡੀ ਲੇਬਰ ਨਾਲੋਂ ਵੀ ਸਸਤੇ ਢੰਗ ਨਾਲ ਬਿਜਾਈ ਕਰ ਦਿੰਦੇ ਆ ਤੇ ਬੂਟੇ ਪੂਰੇ ਹੋ ਜਾਂਦੇ ਆ ਜੀ। ਮੱਕੀ ਦਾ ਜੀ ਸਿੱਧਾ ਇੱਕੋ ਹੀ ਢੰਗ ਆ ਜੀ, ਜਿੰਨੇ ਬੂਟੇ ਉਨੇ ਰੁਪਏ ਜੀ। ਸਹੀ ਗੱਲ। ਜਿੰਨੇ ਡੰਡੇ। ਜੇ ਤੁਸੀਂ ਖੇਤ ਵਿੱਚ 40,000 ਬੂਟੇ ਪੂਰੇ ਕਰਤੇ ਤੇ 40,000 ਰੁਪਏ ਦੀ ਮੱਕੀ ਕਿਤੇ ਨਹੀਂ ਜਾਂਦੀ। ਹੁਣ ਵੀ ਦੇਖੋ ਜੀ, ਕਿਸਾਨ ਭਰਾਵਾਂ ਨੇ ਮੱਕੀ ਲਾਈ ਆ, ਹੁਣ ਮੱਕੀ ਲਾ ਕੇ ਉਹ ਕਹਿੰਦੇ ਅਚਾਰ ਪਾਉਣਾ ਆ। ਜੇ ਉਹਨਾਂ ਦੇ ਅਚਾਰ ਪਾਉਣ ਲਈ ਜਿਹੜੀ ਕਿ ਅਸੀਂ ਜਿਨ੍ਹਾਂ ਨੂੰ ਕਹਿੰਦੇ ਆ ਕਿ ਅਚਾਰ ਪਾਉਣ ਲਈ ਵੱਡੀਆਂ ਮਸ਼ੀਨਾਂ, ਫੋਰੇਜ ਹਾਰਵੈਸਟਰ ਜੀ, ਉਹ ਮਸ਼ੀਨਾਂ ਜੀ 3 ਤੋਂ 4 ਕਰੋੜ ਚ ਆ ਜੀ। ਆਮ ਕਿਸਾਨ ਤਾਂ ਲੈ ਨਹੀਂ ਸਕਦਾ ਜੀ। ਜੇ ਆਮ ਕਿਸਾਨ ਲੈ ਕੇ ਜੀ 20 ਕਿੱਲੇ ਦੇ ਕਰਕੇ ਛੱਡ ਦੂਗਾ ਤਾਂ ਖਾ ਰਹੀ ਹੈ ਮਸ਼ੀਨ ਕਿਸਾਨ ਨੂੰ। ਉਹਦੇ ਲਈ ਇਹ ਮਸ਼ੀਨਾਂ ਇਕੱਠੀਆਂ ਹੋ ਕੇ ਸੋਸਾਇਟੀਆਂ 'ਚ ਲਾਓ, ਅਚਾਰ ਪਾਉਣ ਦਾ ਕੰਮ ਕਰੋ ਕਿਸਾਨ ਭਰਾਵੋ, ਤੇ ਇਹ ਮਸ਼ੀਨ ਦੀ ਵਰਤੋਂ ਹੋ ਕੇ ਤੁਹਾਨੂੰ ਫਾਇਦਾ ਹੋਊਗਾ ਜੀ। ਮਿੱਠਾ ਸਿੰਘ ਜੀ, ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਵੀ FPO ਬਣਾਣੀ ਪਊਗੀ, ਇਹ ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨ। ਜੀ ਬਿਲਕੁਲ, ਇਕੱਠੇ ਹੋਣਾ ਪਊਗਾ। ਬਿਲਕੁਲ ਗੱਲ ਤੁਹਾਡੀ ਸਹੀ ਆ, ਕਿਉਂਕਿ ਕੱਲਾ ਬੰਦਾ ਜਿਹੜਾ ਨਾ ਉਹਦੇ ਵੱਸ ਦੀ ਗੱਲ ਇਹ ਹੈ ਨਹੀਂ। ਅੱਛਾ, ਗੱਲ ਇਹ ਆ ਆਪਣਾ ਇੰਜੀਨੀਅਰ ਸਾਹਿਬ ਜੀ ਕਿ ਅਸੀਂ ਕੱਲੇ ਰਸਾਲੇ ਪੜ੍ਹ ਕੇ ਜਾਂ ਇੱਕ ਦੂਜੇ ਨਾਲ ਗੱਲਬਾਤ ਹੀ ਕਰਕੇ ਕੋਈ ਕੰਮ ਸਿਰੇ ਨਹੀਂ ਚਾੜ ਸਕਦੇ। ਬਿਲਕੁਲ ਜੀ। ਜਿੰਨਾ ਚਿਰ ਉਹ ਕੰਮ ਹੱਥੀਂ ਅਸੀਂ ਕਰਨਾ ਨਹੀਂ। ਬਿਲਕੁਲ ਜੀ। ਕੰਮ ਕੀਤਾ ਉਹ ਕੰਮ ਉਹ ਜਿਹੜਾ ਤੁਸੀਂ ਹੱਥੀਂ ਕਰ ਸਿੱਖਿਆ। ਬਿਲਕੁਲ ਜੀ। ਇਹ ਸਿੱਖਣ ਵਾਸਤੇ ਕੋਈ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ? ਸਰ ਜੀ, ਸਾਡੇ ਕਿਸਾਨਾਂ 'ਚ ਜਿਹੜੇ ਨਾ ਇੰਨੇ ਕਿ ਇੰਟੈਲੀਜੈਂਟ ਹੈਗੇ ਆ ਜੀ, ਉਹ ਦੇਖ ਕੇ ਹੀ ਸਭ ਕੁਝ ਸਿੱਖ ਜਾਂਦੇ ਆ ਜੀ। ਜੇ ਉਹਨਾਂ ਨੂੰ ਇਸ ਪ੍ਰਤੀ ਕੋਈ ਵੀ ਜਾਣਕਾਰੀ ਚਾਹੀਦੀ ਆ ਜਾਂ ਟ੍ਰੇਨਿੰਗ ਚਾਹੀਦੀ ਹੈ, ਟ੍ਰੇਨਿੰਗ ਦੇਣ ਲਈ ਸਾਡੇ ਕੋਲ PGO ਲੁਧਿਆਣਾ ਦੀ ਸੰਸਥਾ ਹੈਗੀ ਆ ਜੀ। ਤੇ ਜੇਕਰ ਕੋਈ ਜਾਣਕਾਰੀ ਚਾਹੀਦੀ ਆ, ਉਹਦੇ ਸਾਡੇ ਕੋਲ ਹਰ ਜ਼ਿਲ੍ਹੇ ਲੈਵਲ ਤੇ, ਬਲਾਕ ਲੈਵਲ ਤੇ ਸਾਡੇ ਖੇਤੀਬਾੜੀ ਦਫ਼ਤਰ ਹੈਗੇ ਆ, ਜਿਹੜੇ ਕਿ ਉਹ ਉਹਨਾਂ ਨੂੰ ਦੱਸਦੇ ਆ ਕਿ ਤੁਸੀਂ ਜਿਹੜੇ ਖੇਤੀ ਸੇਵਾ ਕੇਂਦਰ ਆ ਕਿੱਦਾਂ ਬਣਾਉਣੇ ਆ, ਕਿੱਦਾਂ ਕੰਮ ਕਰਨਾ ਹੈ, ਕਿੱਦਾਂ ਕੰਮ ਕਰਕੇ ਪੈਸੇ ਕਮਾਉਣਾ ਆ। ਜੀ ਠੀਕ ਹੈ ਜੀ। ਹੁਣ ਤਾਂ ਅੱਗੇ ਇੰਨੀ ਟੈਕਨੋਲੋਜੀ ਆ ਗਈ ਆ ਕਿ ਅਸੀਂ ਟਰੈਕਟਰ ਦੇਖਣਾ ਹੋਵੇ, ਟਰੈਕਟਰ ਕਿੱਥੇ ਚੱਲ ਰਿਹਾ, ਕੀ ਕਰ ਰਿਹਾ, ਕਿੰਨੇ ਘੰਟੇ ਚੱਲਿਆ ਰੋਜ਼ ਦਾ, ਉਹਦੇ ਲਈ ਛੋਟੇ ਡਿਵਾਈਸ ਹੁੰਦੇ, GPS ਲਗਾ ਦੀਦਾ। ਸਾਨੂੰ ਤਾਂ ਇਹ ਵੀ ਪਤਾ ਲੱਗ ਜਾਂਦਾ ਟਰੈਕਟਰ ਕਿਸ ਖੇਤ ਦੇ ਵਿੱਚ ਘਰ ਬੈਠੇ ਹੀ ਕਿੱਥੇ ਚੱਲ ਰਿਹਾ। ਉਹਦੇ ਨਾਲ ਸਾਨੂੰ ਹਿਸਾਬ ਕਿਤਾਬ ਰੱਖਣਾ ਸੌਖਾ ਹੋ ਰਿਹਾ, ਜਿਸ ਨਾਲ ਹਿਸਾਬ ਕਿਤਾਬ ਦੇ ਰੱਖਣ ਦੇ ਨਾਲ ਸਾਡਾ ਜਿਹੜੀ ਇਨਕਮ ਆ ਵੱਧ ਰਹੀ ਆ। ਸਹੀ ਗੱਲ ਹੈ। ਸੋ ਡਾਕਟਰ ਸਾਹਿਬ, ਜਿਹੜੇ ਖੇਤੀ ਸੇਵਾ ਮਸ਼ੀਨਰੀ ਦੇ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਇਹ ਦੱਸੋ ਵੀ ਜਿਹੜੇ ਕਿਸਾਨ ਆ ਉਹ ਪਹੁੰਚ ਕਿੱਦਾਂ ਕਰਨ? ਡਾਕਟਰ ਰੁਪਿੰਦਰ ਜੀ, ਤੁਸੀਂ ਇੱਕ ਬਹੁਤ ਹੀ ਅਹਿਮ ਕੁਐਸਚਨ ਪੁੱਛਿਆ ਜੀ। ਇਹ ਸਾਡੇ ਕਿਸਾਨਾਂ ਦੀ ਮੰਗ ਆ ਜੀ। ਸਾਡੇ ਕਿਸਾਨ ਭਰਾ, ਪੰਜਾਬੀ ਵੀਰ ਖੇਤਾਂ 'ਚ ਹਰ ਕੰਮ ਕਰ ਲੈਂਦੇ ਆ, ਪਰ ਜਦੋਂ ਦਫ਼ਤਰ ਵਿੱਚ ਕੋਈ ਕੰਮ ਪੈ ਜਾਏ ਨਾ, ਉਹ ਵੀ ਝੱਕਦੇ ਆ, ਅਸੀਂ ਕਿੱਦਾਂ ਕਰੀਏ, ਸਾਨੂੰ ਕਰਾ ਕੇ ਦਿਓ। ਰੁਪਿੰਦਰ ਜੀ, ਜਦੋਂ ਵੀ ਸਰਕਾਰ ਵੱਲੋਂ ਕੋਈ ਸਕੀਮ ਆਉਂਦੀ ਆ, ਹਰ ਸਾਲ ਆਉਂਦੀ ਆ ਜੀ, ਉਹਦੇ ਲਈ ਅਖਬਾਰਾਂ ਵਿੱਚ ਸਭ ਕੁਝ ਦੱਸਿਆ ਜਾਂਦਾ ਜੀ, ਪਰ ਇਹ ਨਹੀਂ ਕੰਮ ਕਰਨਾ ਚਾਹੀਦਾ ਬੋਏ ਤੇ ਆਈ ਜਨ ਬਿੰਨੋ ਕੁੜੀ ਦੇ ਕੰਨ ਤੇ ਸਕੀਮ ਆ ਗਈ ਜੀ ਉਦੋਂ ਤੁਰੋ। ਇਹ ਸਾਨੂੰ ਪਹਿਲਾਂ ਹੀ ਆਪਣੇ ਇਲਾਕੇ ਦੇ ਵਿੱਚ ਆਪਣੇ ਕਿਸਾਨ ਵੀਰਾਂ ਨਾਲ ਮਿਲ ਕੇ ਪ੍ਰੋਗਰਾਮ ਇੱਕ ਬਣਾਉਣਾ ਚਾਹੀਦਾ ਕਿ ਅਸੀਂ ਕਸਟਮਰਿੰਗ ਸੈਂਟਰ ਬਣਾਉਣਾ ਆ। ਉਹਦੇ ਲਈ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਡੇ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਮਿਲ ਕੇ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ। ਇਹਨਾਂ ਕੰਮਾਂ ਲਈ ਸਪੈਸ਼ਲ ਤੌਰ ਤੇ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਇੰਜੀਨੀਅਰ ਬੈਠੇ ਹੋਏ ਆ, ਜਿਹੜੇ ਕਿ ਉਹਨਾਂ ਨੂੰ ਦੱਸਦੇ ਆ, ਉਹਨਾਂ ਨੂੰ ਮਿਲ ਕੇ ਉਹ ਆਪਣੇ ਗਰੁੱਪ ਬਣਾਉਣ, ਸੰਸਥਾ ਬਣਾਉਣ। ਸਾਨੂੰ ਇਹ ਨਹੀਂ ਇਤਰਾਜ਼ ਕਿ ਕੱਲਾ ਬੰਦੇ ਨੇ ਭਾਵੇਂ ਕੱਲਾ ਕਰੇ, ਪਰ ਜੇਕਰ ਇਕੱਠੇ ਹੋ ਕੇ ਕੰਮ ਕਰੋਗੇ ਤਾਂ ਤੁਹਾਡੇ ਕਾਮਯਾਬੀ ਦੇ
ਸਾਧਨ ਜਲਦੀ ਹੁੰਦੇ ਆ, ਜਲਦੀ ਕੰਮ ਚੱਲਦਾ ਹੈ ਜੀ। ਬਸ ਏਕੇ 'ਚ ਬਰਕਤ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ। ਨਾਲੇ ਮਿੱਠਾ ਸਿੰਘ ਜੀ, ਡਾਕਟਰ ਸਾਹਿਬ ਦੇ ਅਨੁਸਾਰ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਵਿਉਂਤਬੰਦੀ ਕਰਨੀ ਬਹੁਤ ਜ਼ਰੂਰੀ ਹੈ। ਇਹ ਤੇ ਹੈ ਹੀ। ਐਡਵਾਂਸ ਜਿਹੜੀ ਆਪਾਂ ਉਹਦੀ ਸੋਚ ਸ਼ੁਰੂ ਕਰੀਏ ਵੀ ਇਹ ਕੰਮ ਆਪਾਂ ਅਗਲੇ ਮਹੀਨੇ ਕਰਨਾ ਹੈ, ਤੇ ਉਹਦਾ ਪਹਿਲਾਂ ਇਕੱਠੇ ਹੋ ਕੇ ਸਲਾਹ ਮਸ਼ਵਰਾ ਕਰੀਏ। ਹਾਂ ਬਿਲਕੁਲ ਗੱਲ ਸਹੀ ਆ। ਦੇਖੋ ਤੁਸੀਂ ਨਿੱਕੇ ਹੁੰਦੇ ਪੜ੍ਹਦੇ ਸਾਂ ਨਾ ਜਦੋਂ, ਜੀ ਤੇ ਸਾਰੀਆਂ ਜਿੰਨੇ ਵੀ ਆ ਵਿਸ਼ੇ ਪੜ੍ਹਦੇ ਸਾਂ ਇੱਕ ਕਾਪੀ ਲੱਗੀ ਹੁੰਦੀ ਸੀ, ਬਿਲਕੁਲ ਪਰ ਇੱਕ ਰਫ ਕਾਪੀ ਹੁੰਦੀ ਸੀ। ਹੁੰਦੀ ਸੀ ਬਿਲਕੁਲ ਜੀ, ਹੈ ਨਾ, ਬਿਲਕੁਲ ਵੀ ਪਹਿਲੇ ਉਹਦੇ ਤੇ ਕਰ ਲਓ, ਹਾਂਜੀ ਫੇਰ ਇਹਨੂੰ ਪੱਕੀ ਕਾਪੀ ਤੇ ਕਰੋ, ਬਿਲਕੁਲ ਜੀ। ਹੈ ਨਾ। ਇਸ ਕਰਕੇ ਉਹ ਇੱਕ ਵਿਉਂਤਬੰਦੀ ਸੀ ਸਾਡੀ, ਬੱਚਿਆਂ ਨੂੰ ਪੜ੍ਹਾਉਣ ਦਾ ਇੱਕ ਢੰਗ ਸੀ, ਹਾਂਜੀ, ਹੈ ਨਾ। ਇਸ ਕਰਕੇ ਤੁਹਾਡੀ ਗੱਲ ਸਹੀ ਆ ਵੀ ਵਿਉਂਤਬੰਦੀ ਤੋਂ ਬਿਨਾ ਕੋਈ ਕੰਮ ਹੋ ਹੀ ਨਹੀਂ ਸਕਦਾ। ਬਿਲਕੁਲ ਜੀ, ਹੋ ਸਕਦਾ ਪਰ ਸਹੀ ਤਰੀਕੇ ਨਾਲ ਨਹੀਂ ਹੋ ਨਹੀਂ ਹੁੰਦਾ, ਬਿਲਕੁਲ। ਅੱਛਾ, ਆਪਣਾ ਇੰਜੀਨੀਅਰ ਸਾਹਿਬ ਜੀ, ਇਹ ਅਸੀਂ ਲੋਕ ਨਾ ਕਈ ਵਾਰੀ ਕੀ ਕਰਦੇ ਆ, ਜਦੋਂ ਵੀ ਕੋਈ ਇਦਾਂ ਦੀ ਸਕੀਮ ਆਉਂਦੀ ਆ ਸਾਡੇ ਦਿਮਾਗ 'ਚ ਇੱਕ ਗੱਲ ਆ ਜਾਂਦੀ। ਤੁਸੀਂ ਆ ਸਰਕਾਰ ਦੀ ਗੱਲ ਕੀਤੀ ਨਾ, ਉਹਦੇ 'ਚੋਂ ਮੈਨੂੰ ਯਾਦ ਆ ਗਿਆ ਜੀ ਜੀ, ਵੀ ਇਹ ਅਸੀਂ ਜੇ ਸਥਾਪਿਤ ਕਰਨੇ ਹੋਣ ਖੇਤੀ ਹਾਂਜੀ। ਮਸ਼ੀਨਰੀ ਸੇਵਾ ਕੇਂਦਰ, ਹਾਂਜੀ। ਕੋਈ ਸਰਕਾਰ ਵੀ ਮਦਦ ਕਰਦੀ ਹੈ ਇਹਦੇ 'ਚ ਕਿ ਨਹੀਂ? ਮਿੱਠਾ ਸਿੰਘ ਜੀ, ਸਰਕਾਰ ਤਾਂ ਕਿਸਾਨਾਂ ਦੀ ਹਰ ਵੇਲੇ ਬਾਂਹ ਫੜ ਕੇ ਅੱਗੇ ਲਿਜਾਣ ਨੂੰ ਤਿਆਰ ਬੈਠੀ ਹੈ ਜੀ। ਅੱਛਾ, ਹਾਂਜੀ। ਇਹਨਾਂ ਮਸ਼ੀਨਾਂ ਦੇ ਲਈ ਅਸੀਂ 40% ਤੋਂ ਲੈ ਕੇ 80% ਤੱਕ ਸਬਸਿਡੀ ਦਿੰਦੇ ਆ। ਵਾਹ ਵਾਹ ਵਾਹ, 40 ਤੋਂ 80% ਜੀ, ਠੀਕ ਹੈ ਜੀ। ਮਸ਼ੀਨ ਕਿਸ ਤਰੀਕੇ ਦੀ ਹੈਗੀ ਆ ਉਹਦੇ ਮੁਤਾਬਕ ਤੈਅ ਹੁੰਦਾ ਜੀ ਮਸ਼ੀਨ ਦੀ ਕੀ ਲੋੜ ਹੈਗੀ ਆ ਜੀ ਉਹਦੇ ਵਾਸਤੇ। ਹਰ ਸਾਲ ਅਖਬਾਰ ਦੇ ਵਿੱਚ ਐਡ ਦਿੱਤੀ ਜਾਂਦੀ ਆ ਜੀ। ਇਹਨਾਂ ਕੋਲੋਂ ਬਿਨਾਂ ਪੱਤਰ ਲਈ ਜਾਂਦੇ ਆ, ਜਿਹੜੇ ਕਿ ਸਾਡੇ ਕੁਝ ਮਹਿਕਮੇ ਹੈਗੇ, ਜਿੱਦਾਂ ਕੋਆਪਰੇਟਿਵ ਮਹਿਕਮਾ, ਸਰਕਾਰੀ ਸਭਾਵਾਂ ਹੋ ਗਈਆਂ, ਗ੍ਰਾਮ ਪੰਚਾਇਤਾਂ ਹੋ ਗਈਆਂ, FPO ਆ ਗਈਆਂ, ਕਿਉਂਕਿ ਇਹ ਕੰਮ ਆਪਣੇ ਲਈ ਨਹੀਂ ਕਰਦੇ, ਦੂਜਿਆਂ ਲਈ ਕਰਦੇ ਆ ਜੀ। ਇਹਨਾਂ ਦੀ ਮਸ਼ੀਨਾਂ ਦੀ ਵਰਤੋਂ ਵੱਧ ਹੁੰਦੀ ਆ। ਇਹਨਾਂ ਨੂੰ ਅਸੀਂ ਪ੍ਰਾਇੋਰਟੀ ਦੇ ਤੌਰ ਤੇ ਸਭ ਤੋਂ ਪਹਿਲਾਂ ਕਹੀਦਾ ਕਿ ਤੁਸੀਂ ਮਸ਼ੀਨਾਂ ਲਓ, ਸਬਸਿਡੀ ਦੇਈਦੀ ਆ। ਅੱਛਾ, ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਕਿਸਾਨ ਵੀਰ ਵੀ ਹੈਗੇ ਆ, ਉਹਨਾਂ ਨੂੰ ਵੀ ਕਹੀਦਾ ਕਿ ਤੁਸੀਂ ਮਸ਼ੀਨਾਂ ਲਓ। ਹੁਣ ਮੈਂ ਛੋਟੀ ਜਿਹੀ ਐਗਜ਼ਾਮਪਲ ਹੀ ਦਿੰਦਾ ਜੀ। ਅਸੀਂ ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 23,000 ਤੋਂ ਵੱਧ ਕਸਟਮਰ ਸੈਂਟਰ ਸਥਾਪਿਤ ਕੀਤੇ। ਬੋਲੇ 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 ਬੋਲੇ। ਪਰ ਇੱਕ ਦੇਖਣ ਵਿੱਚ ਆਇਆ ਕਿ ਸਾਡੇ ਕਿਸਾਨ ਵੀਰ ਇਹਨਾਂ ਮਸ਼ੀਨਾਂ ਦੀ ਵਰਤੋਂ ਆਪਣੇ ਤੱਕ ਹੀ ਸੀਮਿਤ ਕਰ ਰਹੇ। ਹਾਂ ਜੀ, ਜਿਹਦੇ ਨਾਲ ਸਾਡਾ ਨਹੀਂ, ਉਹ ਕਿਸਾਨ ਵੀਰ ਦਾ ਨੁਕਸਾਨ ਹੋ ਰਿਹਾ ਆ, ਜਿਹਨੇ ਆਪਣੀ ਇੰਨੀ ਲਾਗਤ ਲਾ ਕੇ ਆਪਣੇ ਤੱਕ ਰੱਖੀ। ਆਪਣੇ ਤੱਕ ਹੀ। ਇਹਨਾਂ ਲਾਗਤਾਂ ਨੂੰ ਜਿਹੜੇ ਪੈਸੇ ਵਸੂਲਣੇ ਆ, ਤਾਂ ਇਹਨਾਂ ਮਸ਼ੀਨਾਂ ਨੂੰ ਹੋਰ ਅੱਗੇ ਖੇਤਾਂ 'ਚ ਲੈ ਕੇ ਜਾਓ। ਅਸੀਂ ਇਹ ਜੋ ਘਸਣਗੇ ਅਸੀਂ ਹੋਰ ਦੇਣ ਨੂੰ ਤਿਆਰ ਆ। ਹਾਂ, ਹੁਣ ਅੱਗੇ ਦੇਖੋ ਫਿਰ ਪਰਾਲੀ ਦਾ ਸੀਜ਼ਨ ਆ ਜਾਣਾ ਜੀ। ਪਰਾਲੀ ਇਕੱਠੀ ਕਰਨੀ ਆ। ਅਸੀਂ ਪਹਿਲਾਂ ਕਿਸਾਨਾਂ ਨੂੰ ਛੋਟੇ ਛੋਟੇ ਬੇਲਰ ਦਿੱਤੇ ਆ, ਹਾਂ, ਜਿਹੜੇ ਕਿ ਛੋਟੇ ਛੋਟੇ ਬੇਲਰ ਨਾਲ ਬਹੁਤ ਵਧੀਆ ਕੰਮ ਕੀਤਾ, ਦਿਨ ਰਾਤ ਕੰਮ ਕੀਤਾ, ਤੇ ਪੰਜਾਬ ਦੇ ਵਿੱਚੋਂ ਜਿਹੜੀ ਅੱਗ ਲੱਗਣੀ ਪਰ ਸਾਨੂੰ ਠੱਲ ਪਾ ਰਹੇ ਆ। ਅਸੀਂ ਦੇਖਿਆ ਕਿ ਜਦੋਂ ਕਿਸਾਨ 25-30 ਕਿਲੋ ਦੀ ਬੇਲ ਬਣਾਉਂਦਾ ਆ, ਉਹਦਾ ਕੰਮ ਘੱਟ ਨਿਕਲਦਾ। ਅਸੀਂ ਇਸ ਵਾਰ ਕਿਸਾਨਾਂ ਦੇ ਲਈ 4-4 ਕੁਆਂਟਲ ਦੀ ਬੇਲ ਬਣਾ ਰਹੇ ਹਾਂ। ਬੋਲੇ ਬੋਲੇ ਬੋਲੇ। ਉਹਦੇ ਨਾਲ ਉਹਨਾਂ ਦਾ ਕੰਮ ਵਧੂਗਾ। ਜਿਹੜਾ ਬੰਦਾ ਇੱਕ ਕਿਸਾਨ ਵੀਰ, ਜੇ ਮੰਨ ਲਓ ਉਹਨੇ ਪਿਛਲੇ ਸਾਲ ਦੇ ਵਿੱਚ ਛੋਟੇ ਬੇਲਰ ਨਾਲ 2000 ਕੁਆਂਟਲ ਪਰਾਲੀ ਇਕੱਠੀ ਕੀਤੀ ਆ, ਤਾਂ ਅਗਲੇ ਸਾਲ ਦੇ ਵਿੱਚ ਉਹ 5000 ਤੱਕ ਕਰੂਗਾ। ਲੇਬਰ ਘਟੂਗੀ ਉਹਦੀ, ਖੇਤੀ ਲਾਗਤ ਤੇ ਇਸੇ ਤਰ੍ਹਾਂ ਲੇਬਰ ਘਟਣੀ ਹੈ, ਕਿਉਂਕਿ ਮਸ਼ੀਨਰੀ ਤੇ ਸਿੱਕ ਲੇਬਰ ਦੀ ਸਮੇਂ ਤੇ ਅਵੇਲੇਬਿਲਟੀ ਨਹੀਂ ਹੁੰਦੀ। ਸਾਨੂੰ ਖੇਤੀ ਦੇ ਵਿੱਚ ਜੀ ਇਸ ਸਮੇਂ ਦੇ ਵਿੱਚ ਸਾਡੀਆਂ ਲਾਗਤਾਂ ਵਧਣ ਦੇ ਨਾਲ ਸਾਨੂੰ ਡਾਕਟਰ ਸਾਹਿਬ ਨੇ ਜਿੱਦਾਂ ਗੱਲ ਕੀਤੀ ਵਿਉਂਤਬੰਦੀ ਸਾਨੂੰ ਬਹੁਤ ਹੀ ਸਮੇਂ ਨਾਲ ਕਰਨੀ ਪੈਣੀ ਆ। ਅਸੀਂ ਹੁਣ ਕਹਿ ਦਈਏ ਕਿ ਅਸੀਂ 2 ਫਸਲਾਂ ਤੇ ਗੁਜ਼ਾਰਾ ਕਰ ਲਾਂਗੇ, ਨਹੀਂ ਹੋ ਸਕਦਾ। ਸਾਨੂੰ ਤੀਜੀ ਫਸਲ ਵਿਉਂਤਬੰਦੀ ਕਰਕੇ ਪਹਿਲਾਂ ਹੀ ਵਿੱਚ ਪਲਾਨ ਕਰਨੀ ਪੈਣੀ ਆ। ਆਹ ਦਿਨ ਨੂੰ ਆਹ ਫਸਲ ਬੀਜਣੀ ਆ। ਉਹ ਫਸਲ ਬੀਜਣ ਦੇ ਲਈ ਸਾਨੂੰ ਮਸ਼ੀਨਰੀ ਚਾਹੀਦੀ ਆ ਕਿ ਜਿਹੜੀ ਸਾਡੇ 20-25 ਦਿਨਾਂ 'ਚ ਹੋਣ ਵਾਲੇ ਕੰਮ 1 ਜਾਂ 2 ਦਿਨਾਂ 'ਚ ਕਰਕੇ ਕੰਮ ਖਤਮ ਕਰਕੇ ਅਗਲੀ ਫਸਲ ਲੈ ਸਕੀਏ। ਡਾਕਟਰ ਸਾਹਿਬ, ਬਹੁਤ ਵਧੀਆ ਗੱਲ ਆ ਵੀ ਇਹ ਸਮੇਂ ਦੀ ਲੋੜ ਹੈ ਕਿ ਟੈਕਨੋਲੋਜੀ ਵੱਲ ਜਾਈਏ। ਜੀ। ਹੁਣ ਇਹ ਦੱਸੋ ਵੀ ਜੇ ਸਾਡੇ ਕਿਸਾਨ ਵੀਰ ਨੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਦੇਖਣਾ ਹੋਵੇ ਤਾਂ ਉਹ ਕਿੱਥੇ ਦੇਖ ਸਕਦਾ? ਜੀ ਲੁਪਿੰਦਰ ਜੀ, ਬਹੁਤ ਅਹਿਮ ਕੁਐਸਚਨ ਆ, ਕਿਉਂਕਿ ਕਿਸਾਨ ਸਾਡੇ ਦੇਖ ਕੇ ਬਹੁਤ ਜਲਦੀ ਸਿੱਖਦੇ ਆ। ਇੱਕ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਬਣਿਆ ਪਿਆ ਜ਼ਿਮੀਂਦਾਰਾ ਫਾਰਮਿੰਗ ਸੋਲੂਸ਼ਨ, ਉੱਥੇ ਜਾ ਕੇ ਦੇਖ ਸਕਦੇ ਆ। ਉਹ ਬੰਦਾ ਹਰ ਪ੍ਰਕਾਰ ਦੀ ਹਰ ਮਸ਼ੀਨਰੀ ਪੰਜਾਬ 'ਚ ਕੀ ਪੂਰੇ ਇੰਡੀਆ ਦੇ ਵਿੱਚ ਦੇਣ ਨੂੰ ਤਿਆਰ ਆ। ਕਹਿੰਦਾ ਪੈਸੇ ਮੇਰੇ ਖਾਤੇ 'ਚ ਪਾਓ, ਮੈਂ ਦੇਣ ਨੂੰ ਤਿਆਰ। ਜੀ, ਬਹੁਤ ਵਧੀਆ ਗੱਲ ਜੀ। ਅਨਮੈਸ਼ ਆ, ਬਿਲਕੁਲ ਦੇਖਣੀ ਚਾਹੀਦੀ ਆ। ਅੱਛਾ, ਤੁਸੀਂ ਆ ਗੱਲ ਕੀਤੀ ਆ ਵੀ ਅਖਬਾਰ ਦੇ ਵਿੱਚ ਸਰਕਾਰ ਇਸ਼ਤਿਹਾਰ ਕਢਾਉਂਦੀ ਆ, ਦੇਣੇ ਪੱਤਰ ਐਪਲੀਕੇਸ਼ਨ ਦੀ ਮੰਗ ਕਰਦੀ ਆ। ਬਿਲਕੁਲ। ਇਹ ਇਸ਼ਤਿਹਾਰ ਨਿਕਲਣ ਦਾ ਜਾਂ ਐਪਲੀਕੇਸ਼ਨ ਮੰਗਣ ਦਾ ਕੋਈ ਸਮਾਂ ਮਿੱਥਿਆ ਹੁੰਦਾ? ਤੁਸੀਂ ਵੀ ਇਸ ਸਮੇਂ 'ਚ ਹੀ ਐਪਲੀਕੇਸ਼ਨ ਦੇ ਸਕਦੇ ਆ? ਮੇਰੇ ਪੁੱਛਣ ਦਾ ਮਤਲਬ ਇਹ ਆ ਵੀ ਕਈ ਵਾਰੀ ਅਖਬਾਰ 'ਚ ਇਸ਼ਤਿਹਾਰ ਆਇਆ ਹੋਵੇ, ਮਿੱਠਾ ਸਿੰਘ ਨੇ ਪੜ੍ਹਿਆ ਹੀ ਨਾ ਹੋਵੇ, ਤੇ ਮੇਰਾ ਟਾਈਮ ਹੀ ਲੰਘ ਜੇ। ਉਹ ਮਿੱਠਾ ਸਿੰਘ ਜੀ, ਅੱਜ ਕੱਲ ਸਾਡੇ ਕਿਸਾਨ ਬਹੁਤ ਤੇਜ਼ ਹੋ ਗਏ ਆ।
ਸਭ ਤੋਂ ਪਹਿਲਾਂ ਤਾਂ ਅਖਬਾਰ 'ਚ ਇਸ਼ਤਿਹਾਰ ਹੋਊਗਾ। ਉਹ ਜਿੱਦਾਂ ਹੀ ਅਖਬਾਰ 'ਚ ਇਸ਼ਤਿਹਾਰ ਹੁੰਦਾ ਆ, ਉਹ ਸਾਡੇ ਕਿਸਾਨ ਵੀਰਾਂ ਦੇ ਗਰੁੱਪਾਂ ਦੇ ਵਿੱਚ ਮਿੰਟਾਂ 'ਚ ਪਹੁੰਚ ਜਾਂਦਾ। ਹਾਂ ਠੀਕ ਹੈ ਜੀ। ਉਹਦੇ ਅਗੇਂਸਟ ਸਾਡੇ ਕੋਲ ਐਪਲੀਕੇਸ਼ਨਾਂ ਬਹੁਤ ਹੁੰਦੀਆਂ। ਜੀ ਜੀ ਠੀਕ ਹੈ ਜੀ। ਉਹ ਅਸੀਂ ਤਾਂ ਹੁਣ ਅਸੀਂ ਕਿਸਾਨਾਂ ਦੀ ਸਹੂਲਤ ਲਈ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਦਫ਼ਤਰ ਆ ਕੇ ਸਾਡੇ ਗੇੜੇ ਲਾਓ। ਹਾਂ ਅਸੀਂ ਤਾਂ ਇਹ ਕਹਿੰਦੇ ਆ ਕਿ ਤੁਹਾਡੇ ਘਰ ਹੀ ਆਪਣੇ ਮੋਬਾਈਲ ਤੇ ਹੀ ਸਾਡਾ ਇੱਕ ਪੋਰਟਲ ਬਣਾਇਆ ਹੋਇਆ, ਜਿਹਦਾ ਨਾਮ ਹੈਗਾ ਆ agrimachinerypv.com। ਵਾਹ, ਫੇਰ ਦੁਬਾਰਾ ਦੱਸ ਰਿਹਾ, agrimachinerypv.com। ਜੀ ਉੱਤੇ ਕਲਿੱਕ ਕਰੋ। ਉਹ ਕਲਿੱਕ ਕਰਕੇ ਤੁਸੀਂ ਜਿਹੜੀ ਸਕੀਮ 'ਚ ਜਿਹੜੀ ਮਸ਼ੀਨ ਲੈਣੀ ਚਾਹੁੰਦੇ ਹੋ, ਬਸ ਉਹਨੂੰ ਅਪਲਾਈ ਕਰ ਦਿਓ, ਤੁਹਾਡਾ ਫਾਰਮ ਜਮ੍ਹਾਂ ਹੋ ਗਿਆ। ਸਾਦਾ ਜਿਹਾ ਤਰੀਕਾ ਸਾਡੇ ਕੋਲ। ਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਆਹ ਗੱਲ ਹੀ ਆ ਨਾ, ਦੇਖੋ ਹੁਣ ਜਿੱਦਾਂ ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਤੁਹਾਡਾ ਕੋਈ ਪੋਰਟਲ ਵੀ ਹੈ ਤੇ ਅਸੀਂ ਉੱਥੇ ਜਾ ਕੇ ਵੀ ਪਤਾ ਕਰ ਸਕਦੇ ਹਾਂ। ਇਹ ਚੀਜ਼ਾਂ ਦੀ ਜਾਣਕਾਰੀ ਜੇ ਹੋਵੇ ਨਾ ਸਾਡੇ ਕੋਲ, ਤੇ ਅਸੀਂ ਆਪਣਾ ਫਾਇਦਾ ਜਿਹੜਾ ਹੈ ਨਾ ਆਪ ਵੀ ਕਰ ਸਕਦੇ ਹਾਂ, ਤੇ ਸਰਕਾਰ ਜਿਹੜੇ ਫਾਇਦੇ ਸਾਡੇ ਕਰਦੀ ਆ ਅਸੀਂ ਉਹਦਾ ਲਾਹਾ ਵੀ ਲੈ ਸਕਦੇ। ਸੋ ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਅਸੀਂ ਜਿਹੜੀਆਂ ਗੱਲਾਂ ਇੱਥੇ ਬਹਿ ਕੇ ਕਰਦੇ ਆ ਨਾ, ਇਹ ਸਿਰਫ ਟੀਵੀ ਦੇਖਣ ਲਈ ਨਾ ਦੇਖਿਆ ਕਰੋ। ਇਹਨਾਂ ਗੱਲਾਂ ਨੂੰ ਘੋਖੋ, ਸਮਝੋ ਤੇ ਉਹਦੇ ਤੇ ਅਮਲ ਕਰੋ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਤੇ ਹੁਣ ਸਾਨੂੰ ਇਜਾਜ਼ਤ ਦਿਓ। ਇੰਜੀਨੀਅਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ। ਜੈ ਹਿੰਦ। ਜੈ ਹਿੰਦ ਮਿੱਠਾ ਸਿੰਘ ਜੀ।